नॉन ओमिक डिवाइसेस ਕਿਹੜੀਆਂ ਹੁੰਦੀਆਂ ਨੇ नॉन मतलब ਜਿਹੜੀਆਂ ਫੋਲੋ ਨਹੀਂ ਕਰਦੀਆਂ which do not follow Ohm's law ਇਹ ਕਹਿੰਦੇ ਅਸੀਂ Ohm's law ਨੂੰ ਨਹੀਂ ਮੰਨਦੇ मतलब ਜਿਹੜਾ V is equal to I हार है ਜਾਂ V is directly proportional to I ਦਾ concept है ਇਹਨੂੰ ਫੋਲੋ नहीं मतलब ज्यादा करंट बहुत ज्यादा बढ़ जाया करेगा वोल्टेज ਵਧਾਉਣ ਦੇ ਨਾਲ ਜਾਂ करंट की है बहुत ज्यादा घट जाया करेगा वोल्टेज ਵਧਾਉਣ मतलब चेंज नहीं होया करेगा मतलब ਇਹਦੇ ਵਾਂਗ डायरेक्टली प्रोपोर्शनल ਦਾ ਰਿਲੇਸ਼ਨ ਵਿੱਚ ਨਹੀਂ ਹੋਏਗਾ ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਜਿਹੜਾ ਆ ਸਟ੍ਰੇਟ ਲਾਈਨ ਗ੍ਰਾਫ ਹੈ ਇਹ ਨਹੀਂ ਬਣਦਾ ਤਾਂ ओमिक डिवाइसेस ਇਹਦੀਆਂ ਕਿਹੜੀਆਂ ਡਿਵਾਈਸਸ ਨੇ ਉਹ ਡੈਫੀਨੇਸ਼ਨ ਤਾਂ ਹੋਗੀ which obey Ohm's law but ਕਿਹੜੀਆਂ ਡਿਵਾਈਸਸ ਤਾਂ ਉਹਦੇ ਵਿੱਚ ਬੱਚੇ ਆਪਣੇ ਕੋਲੇ ਆ ਜਾਂਦਾ ਜਿਵੇਂ ਅਸੀਂ ਕੋਈ ਵੀ ਵਾਇਰ ਯੂਜ਼ ਕਰਦੇ ਹਾਂ ਕੋਈ ਵਾਇਰ ਕਾਪਰ ਵਾਇਰ ਸਿਲਵਰ ਵਾਇਰ ਉਹ ਸਾਰੀਆਂ ਕੀ ਨੇ Ohm's law ਨੂੰ ਫੋਲੋ ਕਰਦੇ ਜਾਂ ਸਾਡੇ ਕੋਲੇ ਕੋਈ ਵੀ ਹੀਟਿੰਗ ਐਲੀਮੈਂਟ ਹੈ ਜਿਵੇਂ ਹੀਟਰ ਵਗੈਰਾ ਦੇ ਵਿੱਚ ਹੀਟਿੰਗ ਐਲੀਮੈਂਟ ਛੋਟੇ ਕਲਾਸਾਂ ਪੜਾਇਆ ਜਾਂਦਾ ਸੀ ਉਹ ਵੀ Ohm's law ਨੂੰ ਫੋਲੋ ਜਾਂ ਸਾਡੇ ਕੋਲੇ ਕੋਈ मतलब बल्ब है इनकैंडेसेंट बल्ब ਜਿਹੜਾ 10 ਰੁਪਏ ਦਾ ਆਉਂਦਾ ਉਹ ਵਾਲੇ बल्ब ਤਾਂ ਇਹ ਸਾਰੀਆਂ ਡਿਵਾਈਸਸ ਕੁਝ ਇਹੋ ਜਿਹੇ ਡਿਵਾਈਸਸ ਜਿਹੜੀਆਂ Ohm's law ਨੂੰ ਫੋਲੋ ਕਰਦੇ ਨੇ ਜਿਵੇਂ ਅਸੀਂ ਘਰਾਂ ਦੇ ਵਿੱਚ ਟਿਊਬ ਲਾਈਟ ਵਗੈਰਾ ਚਲਾਉਂਦੇ ਹਾਂ ਤਾਂ ਸਾਰੀਆਂ Ohm's law ਸਰ ਇਹੋ ਜਿਹੀਆਂ ਕਿਹੜੀਆਂ ਡਿਵਾਈਸਸ ਨੇ ਹਾਂਜੀ ਸਰ ਹਾਂਜੀ ਮਨਪ੍ਰੀਤ ਨੂੰ ਐਡ ਕਰ ਲਓ ਮਨਪ੍ਰੀਤ ਦੀ ਕੋਈ ਰਿਕੁਐਸਟ ਨਹੀਂ ਪਹੁੰਚੀ ਹੋਈ ਜੀ ਮੇਰੇ ਕੋਲੇ ਇੱਕ ਮਨਪ੍ਰੀਤ ਐਡ ਹੈ ਮੇਰੇ ਕੋਲੇ दूसरी दी कोई भी रिक्वेस्ट नहीं है हाँ जी ਤਾਂ नॉन ओमिक डिवाइसेस ਕਿਹੜੀਆਂ ਨੇ ਜਿਹੜੀਆਂ ਫੋਲੋ ਨਹੀਂ ਕਰਦੇ ਤਾਂ ਇਹ ਡਿਵਾਈਸਸ ਕਿਹੜੀਆਂ ਨੇ ਤਾਂ ਮੇ ਵੀ ਤੁਹਾਨੂੰ ਨਾ ਪਤਾ ਹੋਵੇ ਕਿਉਂਕਿ ਅਜੇ ਇਹਦੇ ਬਾਰੇ ਅਸੀਂ ਨਹੀਂ ਪੜਿਆ ਕਿਉਂਕਿ ਹੋ ਸਕਦਾ ਕਈ ਸਟੂਡੈਂਟ ਨੂੰ ਪਤਾ ਵੀ ਹੋਵੇ ਤਾਂ ਇਹ ਮਤਲਬ ਕਨਸੈਪਟ ਅਸੀਂ ਪੜਨਾ ਹੈਗਾ ਇਹ ਸਾਡੇ ਕੋਲ ਜਿਹੜਾ ਚੈਪਟਰ ਪੜਾਂਗੇ ਸੈਮੀਕੰਡਕਟਰ 9 ਚੈਪਟਰ ਪੜਾਂਗੇ ਉਹਦੇ ਵਿੱਚ ਕੀ ਡਿਵਾਈਸਸ ਹੋਣਗੀਆਂ ਜਿਹਦੇ ਵਿੱਚ ਇੱਕ ਤਾਂ ਹੁੰਦਾ ਡਾਇਓਡ ਇਹ ਪ੍ਰੈਕਟੀਕਲ ਪੁੱਛਣ ਵਾਲਾ ਪੁੱਛੇ ਜਾਣ ਵਾਲਾ ਕੁਐਸਚਨਸ ਨੇ ਇਹ ਡਾਇਓਡ ਹੋ ਗਏ ट्रांजिस्टर हो गए ट्रांजिस्टर ने ਜਿਹੜੇ ਇਹ ਲਾਸਟ ਈਅਰ ਆਪਣੇ ਸਿਲੇਬਸ ਤੋਂ ਕੀ ਹੈ ਕੱਟ ਕਰਦੇ ਸੀ ਠੀਕ ਹੈ ਡਾਇਓਡਸ ਹੁੰਦੇ ਹੈਗੇ ਠੀਕ ਹੈ ਜੀ ਡਾਇਓਡਸ ਹੋ ਗਏ ट्रांजिस्टर ਹੋ ਗਏ ਇਹ ਕਿਹੋ ਜਿਹੇ ਡਿਵਾਈਸਸ ਨੇ ਇਹ ਕੀ ਹੈ ਨॉन ओमिक ਡਿਵਾਈਸਸ मतलब ਇਹਦੇ ਵਿੱਚ ਜਦੋਂ ਵੀ ਅਸੀਂ ਕਦੇ ਗ੍ਰਾਫ ਬਣਾਵਾਂਗੇ VI ਦਾ ਉਹ ਸਟ੍ਰੇਟ ਲਾਈਨ ਹੋ ਜਾ ਹੋ ਸਕਦਾ ਉਹ ਇਦਾਂ ਹੋਵੇ ਕਰਵ ਠੀਕ ਹੈ ਜਾਂ ਕਈ ਗ੍ਰਾਫ ਅਸੀਂ ਇਦਾਂ ਦੇ ਪੜਾਂਗੇ ਇਹ ਬੰਦੇ ਕਿਵੇਂ ਨੇ ਬੱਚੇ ਇਹ ਮੈਂ ਜਦੋਂ मतलब ਆਪਾਂ ਪੜਾਂਗੇ ਉਦੋਂ ਮੈਂ ਤੁਹਾਨੂੰ ਦੱਸੂਗਾ ਇਸ ਤਰ੍ਹਾਂ ਦੇ ਗ੍ਰਾਫ देखो ਇਹ ਗ੍ਰਾਫ ਨਾ ਤਾਂ ਇਹ ਸਟ੍ਰੇਟ ਲਾਈਨ ਹੈ ਨਾ ਇਹ ਸਟ੍ਰੇਟ ਲਾਈਨ ਲਾਈਕ ਦਿਸ ਤਾਂ ਇਹ ਡਾਇਓਡ ਤੇ ਟ੍ਰਾਂजिस्टर्स ਨੇ ਜਿਹੜੇ ਕੀ ਹੈ Ohm's law ਨੂੰ ਫੋਲੋ ਨਹੀਂ ਕਰਦੇ ਠੀਕ ਹੈ ਜੀ ਕਲੀਅਰ ਐਨੀ ਕੁਐਸਚਨ बच्चे क्लियर है यस सर ओनली मनप्रीत की आवाज होंगी बाकी तो सारे सुनने बड़े बने बैठे बोलिया करो मतलब मैं कितनी बार आख्या जितनी बार बोलोगे ना उन्ना ज्यादा यकीन मन्या करो उन्ना ज्यादा समझ लगेगा ਤਾਂ ओमिक डिवाइसेस ਤੇ नॉन ओमिक डिवाइसेस ਆਪਣੇ ਵਿੱਚ ਬਸ ਐਨੇ ਹੀ ਹੈ ਇਹਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ ਇਹ 9 ਚੈਪਟਰ ਪੜਾਂਗੇ ਇਹਨੂੰ ਅਸੀਂ ਆਲਰੇਡੀ ਸਟੱਡੀ ਕਰ ਚੁੱਕੇ बड़े बेसिक ਜਿਹੜੇ ਕੁਐਸਚਨ ਹੁੰਦੇ ਨੇ ਐਗਜ਼ਾਮੀਨਰ ਆਉਂਦਾ ਹੈਗਾ ਤੇ ਇਹਨਾਂ ਤੇ ਹੀ ਸਵਾਲ ਕਰਦਾ ਇਹਦੇ ਨਾਲ ਹੀ ਇੱਕ ਬੇਸਿਕ ਕੁਐਸਚਨ ਮੇਰੇ ਹੋਰ ਧਿਆਨ ਚ ਆਉਂਦਾ ਹੈ ਜਿਹੜਾ ਤੁਹਾਡੇ ਵਾਸਤੇ ਹੈ ਠੀਕ ਹੈ ਮੈਂ ਲਿਖ ਰਿਹਾ ਇਹਦੇ ਬਾਰੇ ਕੱਲ ਨੂੰ ਮੈਂ ਤੁਹਾਨੂੰ ਕੀ ਹੈ ਕੁਐਸਚਨ ਪੁੱਟ ਕਰੂੰਗਾ ਠੀਕ ਹੈ ਦੇਖਦੇ ਕਿੰਨੇ ਸਟੂਡੈਂਟਸ ਕੀ ਇਹਦੇ ਆਨਸਰ ਹੈ as we all know मैं ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਬਹੁਤ ਵਾਰੀ ਇਹ ਚੀਜ਼ ਦੱਸ ਚੁੱਕਿਆ ਹੈ ਕਿ ਜੋ ਆਪਣੇ ਘਰਾਂ ਦੇ ਵਿੱਚ ਅਸੀਂ ਇਲੈਕਟ੍ਰਿਸਿਟੀ ਯੂਜ਼ ਕਰਦੇ ਆ ਉਹ ਜਿਹੜੀ ਸਪਲਾਈ ਹੁੰਦੀ ਹੈ ਉਹ ਏਸੀ ਸਪਲਾਈ ਹੁੰਦੀ ਹੈ ਹੋਮਸ ਦੇ ਵਿੱਚ जो सप्लाई ਸਾਨੂੰ ਮਿਲਦੀ ਹੈ ਉਹ ਏਸੀ ਮਿਲਦੀ ਹੈ मतलब अल्टरनेटिंग करंट
ਜਾਂ ਅਲਟਰਨੇਟਿੰਗ ਵੋਲਟੇਜ। ਤਾਂ ਤੁਹਾਡਾ ਕੁਐਸਚਨ ਕੀ ਹੈ, ਕੁਐਸਚਨ ਇਹ ਹੈ ਕਿ ਏਸੀ ਦੇ ਵਿੱਚ ਪੁੱਤਰ ਵੈਸੇ ਪੜ੍ਹਨਾ ਵੀ ਆਪਾਂ, ਪਰ ਮੈਂ ਥੋੜਾ ਬਹੁਤ ਚਾਹੁੰਦਾ ਵੀ ਤੁਹਾਨੂੰ ਥੋੜਾ ਬਹੁਤ ਸਟਾਰਟਿੰਗ ਦੇ ਵਿੱਚ ਖੁਦ ਵੀ ਥੋੜੀ ਬਹੁਤ ਨੌਲੇਜ ਹੋਵੇ। ਏਸੀ ਦੇ ਵਿੱਚ ਦੋ ਤਰ੍ਹਾਂ ਦੇ, ਵੈਸੇ ਤਿੰਨ ਹੁੰਦੇ ਨੇ ਪਰ ਮੈਂ ਦੋ ਤਰ੍ਹਾਂ ਦੀ ਗੱਲ ਕਰੂੰਗਾ। ਇੱਕ ਤਾਂ ਹੁੰਦਾ ਹੈ ਸਿੰਗਲ ਫੇਸ, ਸਿੰਗਲ ਫੇਜ਼ ਏਸੀ, ਬਹੁਤ ਕਾਮਨ ਵਰਡ ਹੈ, ਤੁਸੀਂ ਸੁਣਿਆ ਹੋਵੇਗਾ, ਜਾਂ ਇਹਨੂੰ ਵਨ ਫੇਸ ਬੋਲ ਦਾਂਗੇ, ਵਨ ਫੇਸ ਏਸੀ। ਠੀਕ ਹੈ ਜੀ, ਹੋਮਸ ਦੇ ਵਿੱਚ ਲਾ ਲਓ ਜਾਂ ਕੋਈ ਇੰਡਸਟਰੀਜ਼ ਵਗੈਰਾ ਲਗਾ ਲਓ, ਇਹਨਾਂ ਸਪਲਾਈ ਸਾਰੀ ਏਸੀ ਨੇ। ਇੱਕ ਹੁੰਦਾ ਹੈ ਥ्री फेस एसी। तो मेरे कहने का मतलब है जो अल्टरनेटिंग करंट है ना वो दो तरह का होता है। एक तो ना सिंगल फेस, वैसे टू फेस भी होता है पर मैं दो तरह की मेन टाइप कर रहा, एक सिंगल फेस, एक होता थ्री फेस एसी। ਤੁਹਾਡਾ ਕੁਐਸਚਨ ਇਹ ਹੈ ਕਿ ਘਰਾਂ ਦੇ ਵਿੱਚ ਆਮ ਤੌਰ ਤੇ ਸਿੰਗਲ ਫੇਸ ਏਸੀ ਜਿਹੜਾ ਕਰੰਟ ਆਉਂਦਾ ਹੈ ਜਾਂ ਥ੍ਰੀ ਫੇਸ ਆਉਂਦਾ ਹੈ, ਇੰਡਸਟਰੀ ਦੇ ਵਿੱਚ ਸਿੰਗਲ ਫੇਸ ਹੁੰਦਾ ਹੈ ਜਾਂ ਥ੍ਰੀ ਫੇਸ ਹੁੰਦਾ ਹੈ, ਤੇ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੁੰਦਾ? ਇਹ ਤੁਹਾਡੇ ਤਿੰਨ ਕੁਐਸਚਨ ਨੇ। ਘਰਾਂ ਦੇ ਵਿੱਚ ਸਿੰਗਲ ਫੇਸ ਸਪਲਾਈ ਹੁੰਦੀ ਹੈ ਜਾਂ ਥ੍ਰੀ ਫੇਸ ਹੁੰਦੀ ਹੈ। ਦੂਸਰਾ ਕੁਐਸਚਨ, ਇੰਡਸਟਰੀ ਦੇ ਵਿੱਚ ਸਿੰਗਲ ਫੇਸ ਸਪਲਾਈ ਹੁੰਦੀ ਹੈ ਜਾਂ ਥ੍ਰੀ ਫੇਸ ਹੁੰਦੀ ਹੈ। थर्ड क्वेश्चन, दोनों के विचकार डिफरेंस की। यही क्वेश्चन तुसी की स्टडी करना है ते कल जदों अपनी क्लास लगेगी तो मैं सब तो पहला इसे ते ही क्वेश्चन पुट करूं। चलो नेक्स्ट चलते हैं। नेक्स्ट है जी सुपर कंडक्टिविटी। ये भी एक नंबर का क्वेश्चन, सुपर कंडक्टिविटी। हाँ जी, तुहाडे विचों कोई भी स्टूडेंट दसना चाहता होवे, जे किसी ने पढ़िया होवे भी व्हाट डू यू मीन बाय अ सुपर कंडक्टर्स एंड द वर्ड सुपर कंडक्टिविटी। छोटिया क्लासां दे विच आई थिंक 7th और 8th क्लास दे विच भी ये पढ़ाया जाता है। ਤਾਂ मैं पूछना चाहूंगा साक्षी तो पूछते हैं की कहती है। हाँ जी साक्षी, आवाज पहुंच रही है? यस सर। हाँ जी बच्चे तुसी दसो सर जेडे डिवाइस बारे पढ़े? पढ़िया तो है सर, प्रॉपर याद तो नहीं। कुछ भी जो कुछ भी याद होवे कोई दिक्कत नहीं, प्रॉपर मैं दसूंगा जिन्ना मैं दस सकदा होया। जेडे डिवाइसेस हाई टेंपरेचर ते इलेक्ट्रिसिटी कंडक्ट करते हैं। दोबारा रिपीट करो बच्चे। जेडे डिवाइसेस हाई टेंपरेचर ते इलेक्ट्रिसिटी कंडक्ट करते हैं। जेडे हाई टेंपरेचर ते इलेक्ट्रिसिटी कंडक्ट करते हैं, ओके नॉट बैड। चलो कुछ याद है। हाँ जी सेकंड क्वेश्चन पूछते हैं अपन चंचल। हाँ जी चंचल जी। सर सुपर कंडक्टर्स दी पता है? हाँ जी सुपर कंडक्टर्स ही पूछ रहे जी मैं। सर जेडे सबस्टांसिस लो टेंपरेचर ते बहुत ज्यादा इलेक्ट्रिसिटी नु कंप्लीटली अलो कर देने, मतलब फ्रीली। ओके वेरी गुड। देखो दोनों दे आंसर्स दे विच बहुत ज्यादा डिफरेंस है। एक स्टूडेंट दा बोल रहा है भी यानी कि जदों टेंपरेचर बहुत ज्यादा हाई हुंदा है, ठीक है, एक स्टूडेंट बोल रहा है टेंपरेचर जदों बहुत ज्यादा लो हुंदा है। तो चंचल ने की है बहुत बढ़िया आंसर दिता गा, सुपर कंडक्टर्स आर दोज कंडक्टर्स which allow electric current freely, मतलब without any resistance when temperature decreases। तो बच्चे हुंदा की है, ਅਸੀਂ ਕੀ ਦੇਖਿਆ ਜਿਵੇਂ ਅਸੀਂ ਟੈਂਪਰੇਚਰ ਕੋਐਫੀਸ਼ੀਐਂਟ ਆਫ ਪੜ ਕੇ ਆਇਆ ਨਾ ਰੈਜ਼ਿਸਟੈਂਸ ਅਲਫਾ, ਤਾਂ ਅਸੀਂ ਉਹਦੇ ਵਿੱਚ ਕੀ ਦੇਖਦੇ ਸੀਗੇ ਕਿ ਜਿਵੇਂ ਜਿਵੇਂ ਅਸੀਂ ਟੈਂਪਰੇਚਰ ਨੂੰ ਇਨਕਰੀਜ਼ ਕਰਦੇ ਆਂ ਤਾਂ ਜਿਹੜੇ ਫ੍ਰੀ ਇਲੈਕਟ੍ਰੋਨਸ ਨੇ ਉਹਨਾਂ ਦੇ ਵਿੱਚ ਨੰਬਰ ਆਫ ਕੋਲਿਜ਼ਨਸ ਇਨਕਰੀਜ਼ ਹੁੰਦੀਆਂ ਨੇ, ਜਿਹਦੇ ਨਾਲ ਕੀ ਹੈ ਜੋ ਉਹਨਾਂ ਦੀ ਰੈਜ਼ਿਸਟੈਂਸ ਹੈ ਜਾਂ ਉਹਨਾਂ ਦੀ ਜੋ ਰੈਜ਼ਿਸਟਿਵਿਟੀ ਹੈ ਉਹ ਇਨਕਰੀਜ਼ ਹੋ ਜਾਂਦੀ ਹੈ। दैट मींस ਉਹਨਾਂ ਦੀ ਕੰਡਕਟਿਵਿਟੀ डिक्रीज हो जाती है। रेजिस्टिविटी इंक्रीज, कंडक्टिविटी डिक्रीज, रेजिस्टेंस इंक्रीज, कंडक्टेंस डिक्रीज।
फिर इस तो उल्ट सोचा गया, कहते क्यों ना ਅਸੀਂ ਇਹ ਕਰੀਏ ਕਿ ਟੈਂਪਰੇਚਰ ਅਸੀਂ ਡਿਕਰੀਜ਼ ਕਰੀਏ। ਟੈਂਪਰੇਚਰ ਡਿਕਰੀਜ਼ ਜਿੱਦਾਂ ਜਿੱਦਾਂ ਕਰੀ ਗਏ ਤਾਂ ਅਸੀਂ ਦੇਖਿਆ ਕਿ ਜਿਹੜਾ ਰੈਜ਼ਿਸਟੈਂਸ ਸੀਗਾ ਉਹ ਕੰਡਕਟਰਸ ਦਾ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ। ਆਈ ਰਿਪੀਟ, ਜਿਵੇਂ ਜਿਵੇਂ ਟੈਂਪਰੇਚਰ ਨੂੰ ਅਸੀਂ ਡਿਕਰੀਜ਼ ਕਰੀ ਗਏ, ਦੈਟ ਮੀਨਸ ਅਸੀਂ ਮਟੀਰੀਅਲ ਨੂੰ ਠੰਡਾ ਕਰੀ ਗਏ, ਕੂਲ ਕਰੀ ਗਏ, ਤਾਂ ਉਹ ਠੰਡਾ ਕਰਨ ਦੇ ਨਾਲ ਉਹਦਾ ਰੈਜ਼ਿਸਟੈਂਸ ਕੀ ਹੋ ਗਿਆ, ਡਿਕਰੀਜ਼ ਹੋਣਾ ਸ਼ੁਰੂ ਹੋ ਗਿਆ, ਜਿਹੜਾ ਕਿ ਸਾਡੇ ਲਈ ਇੱਕ ਬਹੁਤ ਵਧੀਆ ਫੈਕਟਰ ਸੀਗਾ। ਕਿਉਂਕਿ ਦੇਖੋ ਰੈਜ਼ਿਸਟੈਂਸ ਨੂੰ ਅਸੀਂ ਕੀ ਹੈ ਕਿਵੇਂ ਘਟਾ ਵਧਾ ਸਕਦੇ ਸੀ, ਵਧਾ ਤਾਂ ਜਿਵੇਂ ਮਰਜ਼ੀ ਸਕਦੇ ਆ, ਜਿੰਨੇ ਮਰਜ਼ੀ ਰੈਜ਼ਿਸਟੈਂਸ ਲਾ ਲਓ। ਘਟਾਉਣ ਦਾ ਤਰੀਕਾ ਕੀ ਸੀ, ਵਾਇਰ ਨੂੰ ਕੀ ਥਿਕ ਕਰ ਦੋ, ਠੀਕ ਹੈ, ਲੈਂਥ ਤਾਂ ਜਿੰਨੀ ਸਾਨੂੰ ਚਾਹੀਦੀ ਹੈ, ਮੰਨ ਲਓ ਸਾਨੂੰ ਬਠਿੰਡਾ ਤੋਂ ਲੈ ਕੇ ਬਲੱਟ ਤੱਕ ਦੀ ਕੀ ਹੈ ਵਾਇਰ ਚਾਹੀਦੀ, ਤਾਂ ਸਾਨੂੰ ਲੈਂਥ ਤਾਂ ਜੇ ਮਤਲਬ ਇਹ 80 ਕਿਲੋਮੀਟਰ ਦਾ 80 ਕਿਲੋਮੀਟਰ ਸਾਨੂੰ ਵਾਇਰ ਚਾਹੀਦੀ ਹੈ। ਅਸੀਂ ਰੈਜ਼ਿਸਟੈਂਸ ਘਟਾ ਸਕਦੇ ਹਾਂ ਵਾਇਰ ਨੂੰ ਥਿਕ ਕਰਕੇ, ਪਰ ਕਿੰਨੀ ਥਿਕ ਕਰੀ ਜਾਈਏ, ਫਿਰ ਵੀ ਰੈਜ਼ਿਸਟੈਂਸ ਦਾ ਕੁਝ ਰਹੇਗਾ ਨਾ। ਬਟ ਇੱਕ ਅਜਿਹੀ ਟੈਕਨੀਕ, ਇੱਕ ਅਜਿਹਾ ਐਕਸਪੈਰੀਮੈਂਟ ਹੋਇਆ ਕਿ ਟੈਂਪਰੇਚਰ ਨੂੰ ਡਿਕਰੀਜ਼ ਕਰ ਦੋ, ਮਤਲਬ ਉਹਨੂੰ ਠੰਡਾ ਕਰ ਦੋ ਮਟੀਰੀਅਲ ਨੂੰ, ਤਾਂ ਰੈਜ਼ਿਸਟੈਂਸ ਜ਼ੀਰੋ ਹੋ ਜਾਂਦਾ, ਜਿਹਦੇ ਨਾਲ ਕੀ ਹੈ એનર્ਜੀ ਦੇ ਜਿਹੜੇ ਲਾਸਸ ਹੁੰਦੇ ਸੀ ਉਹ ਲਾਸਸ ਕੀ ਹੈ ਸਾਡੇ ਖਤਮ ਹੋ ਗਏ, ਮਤਲਬ એનર્ਜੀ ਦਾ ਕੋਈ ਵੀ ਲਾਸ ਨਹੀਂ ਹੁੰਦਾ। ਕੰਪਲੀਟਲੀ ਤਾਂ ਨਹੀਂ ਕਹਿ ਸਕਦੇ, थोड़ी बहुत हजे भी लिमिटेशंस है, हजे भी ਇਹਦੇ ਤੇ ਕੀ ਹੈ ਕੰਮ ਚੱਲਦੇ ਆ, ਬਟ ਬਹੁਤ ਸਾਰੇ ਸੁਪਰ ਕੰਡਕਟਰ ਸਾਡੀ ਡੇਲੀ ਲਾਈਫ ਦੇ ਵਿੱਚ ਐਗਜ਼ਿਸਟ ਕਰਦੇ ਆ। ਠੀਕ ਹੈ, ਤਾਂ ਪਹਿਲਾਂ ਮੈਂ ਸੁਪਰ ਕੰਡਕਟਰਸ ਦੀ ਡੈਫੀਨੇਸ਼ਨ ਲਿਖੂੰਗਾ, ਠੀਕ ਹੈ, ਤੇ ਉਹ ਜਿਹੜਾ ਸਾਰਾ ਫਿਨੋਮੇਨਾ ਉਹਨੂੰ ਅਸੀਂ ਕੀ ਬੋਲਦੇ ਹਾਂ, ਸੁਪਰ ਕੰਡਕਟਿਵ। ਤਾਂ ਕੀ ਹੈ ਜੀ, ਸੁਪਰ ਕੰਡਕਟਰਸ superconductors are conductors lose their resistance as we decrease its temperature. At a particular temperature, called critical temperature, then बोलते हैं transition temperature और transition मतलब जो state change हो जाए, at a particular temperature called critical temperature or transition temperature, a conductor becomes a superconductor. That means its resistance is negligibly equal to 0. ठीक है जी, ਇਹ ਐਕਸਪੈਰੀਮੈਂਟ ਕੀਤਾ ਗਿਆ ਮਰਕਰੀ ਤੇ ਮਰਕਰੀ ਦਾ ਇਹ ਟੈਂਪਰੇਚਰ ਪੁੱਛਿਆ ਜਾਂਦਾ ਵੀ ਟ੍ਰਾਂਜੀਸ਼ਨ ਟੈਂਪਰੇਚਰ ਕਿੰਨਾ ਹੈ। ਟ੍ਰਾਂਜੀਸ਼ਨ ਟੈਂਪਰੇਚਰ ਇਹਦਾ ਹੈਗਾ ਜੀ 4.2 ਕੈਲਵਿਨ। ਤਾਂ ਬੁੱਕ ਦੇ ਵਿੱਚ ਤੁਹਾਡੇ ਕੀ ਇਹ ਅਲੱਗ-ਅਲੱਗ ਮਟੀਰੀਅਲਸ ਵਾਸਤੇ ਜਿਵੇਂ ਮਰਕਰੀ ਹੋ ਗਿਆ, ਠੀਕ ਹੈ, ਲੈਡ ਹੋ ਗਿਆ ਜਾਂ ਹੀਲੀਅਮ ਹੋ ਗਿਆ, ਇਹ ਕੁਝ ਕੇ ਸੁਪਰ ਕੰਡਕਟਰ ਬਿਹੇਵੀਅਰ ਸ਼ੋ ਕਰਦੇ, ਸਾਰੇ ਨਹੀਂ ਕਰਦੇ, ਕੁਝ ਪਾਰਟਿਕਲ ਮਟੀਰੀਅਲਸ ਕੁਝ ਪਾਰਟਿਕੂਲਰ ਟੈਂਪਰੇਚਰ ਤੇ। ਤਾਂ ਇਹ ਟੈਂਪਰੇਚਰ ਦੀ ਵੈਲਿਊ ਸਾਨੂੰ ਕੀ ਹੈ ਮਤਲਬ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਕਿ ਮਰਕਰੀ ਦਾ ਜੋ ਟ੍ਰਾਂਜੀਸ਼ਨ ਟੈਂਪਰੇਚਰ ਜਾਂ ਕ੍ਰਿਟੀਕਲ ਟੈਂਪਰੇਚਰ ਦੀ ਵੈਲਿਊ ਸੀ। ਤਾਂ ਅਸੀਂ ਕੀ ਦੇਖਿਆ ਕਿ ਜਦੋਂ ਟੈਂਪਰੇਚਰ 4.2 ਕੈਲਵਿਨ ਲੈ ਕੇ ਆਏ ਤਾਂ ਕੀ ਹੋਇਆ, ਇਸ ਮਰਕਰੀ ਦਾ ਜੋ ਰੈਜ਼ਿਸਟੈਂਸ ਸੀ ਉਹ 0 ਹੋ ਗਿਆ। ਦੈਟ ਮੀਨਸ ਹੁਣ ਅਸੀਂ ਜਦੋਂ ਵੀ ਇਹਦੇ ਵਿੱਚੋਂ ਕਰੰਟ ਪਾਸ ਕਰਦੇ ਸੀ ਤਾਂ ਸਾਡੇ ਵਿੱਚ ਕੋਈ ਵੀ એનર્ਜੀ ਉਹਦਾ ਲਾਸ ਨਹੀਂ ਹੁੰਦਾ। ਤਾਂ ਸਿੰਪਲ ਜੀ ਭਾਸ਼ਾ ਦੇ ਵਿੱਚ ਮੈਂ ਤੁਹਾਨੂੰ ਕਹਾਂ, ਮਤਲਬ ਅਗਰ ਤੁਸੀਂ ਕਿਸੇ ਸੁਪਰ ਕੰਡਕਟਰ ਨੂੰ ਇੱਕ ਵਾਰੀ ਕਰੰਟ ਦੇਤਾ, ਕਿਸੇ ਸੁਪਰ ਕੰਡਕਟਰ ਨੂੰ ਇੱਕ ਵਾਰੀ ਕਰੰਟ ਦੇਤਾ, ਉਸ ਤੋਂ ਬਾਅਦ ਉਹ ਕਰੰਟ ਦੀ ਸਪਲਾਈ ਤੋਂ ਹਟਾ ਲਈ, ਤਾਂ ਉਸ ਕੰਡਕਟਰ ਦੇ ਵਿੱਚ ਜੋ ਤੁਸੀਂ ਕਰੰਟ ਦਿੱਤਾ ਹੈ ਉਹ ਤੁਸੀਂ ਕਹਿ ਸਕਦੇ ਹੋ ਬਹੁਤ ਸਾਲਾਂ ਤੱਕ ਐਜ਼ ਇਟ ਇਜ਼ ਉਸ ਦੇ ਵਿੱਚ ਕਰੰਟ
ਚੱਲਦਾ ਰਹੇਗਾ ਕਿਉਂਕਿ ਉਹਦੇ ਵਿੱਚ ਕੋਈ ਵੀ એનર્ਜੀ ਦਾ ਲਾਸ ਨਹੀਂ। ਜਿਵੇਂ ਆਪਾਂ ਨੂੰ ਦੇਖੋ ਕੋਈ ਵੀ ਅਸੀਂ ਡਿਵਾਈਸ ਚਲਾਉਣੇ ਆ ਤਾਂ ਸਾਨੂੰ ਇਹਨੂੰ ਬਾਰ-ਬਾਰ ਕਰੰਟ ਦੇਣਾ ਪੈਂਦਾ ਫਿਰ ਚੱਲਦੀ ਹੈ। ਮਤਲਬ ਸੁਪਰ ਕੰਡਕਟਰ ਨੂੰ ਜੇ ਤੁਸੀਂ ਇੱਕ ਵਾਰੀ ਕਰੰਟ ਦੇ ਦਿਓ ਤਾਂ ਉਹ ਕੰਟੀਨਿਊਸਲੀ ਕੀ ਇਹ ਚੀਜ਼ ਚੱਲਦੀ ਰਹੂਗੀ ਕਾਫੀ ਲੌਂਗ ਟਾਈਮ। ਠੀਕ ਹੈ ਜੀ, ਇਹ ਸੁਪਰ ਕੰਡਕਟਰ ਦੀ ਖਾਸੀਅਤ ਹੈ। ਤਾਂ ਇਹਦਾ ਗ੍ਰਾਫ ਬੜਾ ਇੰਪੋਰਟੈਂਟ ਹੈ। ਤਾਂ ਇਧਰ ਕੀ ਹੈ, मतलब इधर की है रेजिस्टेंस है, इधर मान लो टेंपरेचर है। ताकि ये जिमें जिमें टेंपरेचर ਅਸੀਂ डिक्रीज करेंगे ਤਾਂ रेजिस्टेंस की है डिक्रीज हो गया, डिक्रीज हो गया, डिक्रीज हो गया at a particular temperature that is 4.2 केल्विन रेजिस्टेंस कितना हो गया 0। ठीक है जी, ਤਾਂ ਇਹ ਇਹਦਾ ਕੀ ਹੈ ग्राफ। ठीक है जी बच्चे, क्लियर है सारा? Yes sir। Any problem? Yes sir। ਤਾਂ ਇਹ ਕਾਫੀ ਫੇਮਸ ਕੀ ਹੈ ਮਤਲਬ ਟੌਪਿਕ ਹੈ ਸੁਪਰ ਕੰਡਕਟਰ। ਅੱਛਾ, ਕੋਈ ਸਟੂਡੈਂਟ ਦੀ ਨਿਗਾਹ ਦੇ ਵਿੱਚ ਕੋਈ ਸੁਪਰ ਕੰਡਕਟਰ ਦੀ ਕੋਈ ਇੱਕ ਐਪਲੀਕੇਸ਼ਨ, ਖਾਸ ਕਰ ਮੈਡੀਕਲ ਦੇ ਸਟੂਡੈਂਟਸ ਨੂੰ ਇਹਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਮੈਡੀਕਲ ਦੇ ਸਟੂਡੈਂਟ, ਨਾਨ ਮੈਡੀਕਲ ਦੇ ਸਟੂਡੈਂਟ ਵੀ ਵੈਸੇ ਹੁੰਦੇ ਪਰ ਮੈਡੀਕਲ ਲਾਈਨ ਨਾਲ ਥੋੜਾ ਜਿਹਾ ਮਤਲਬ ਕੀ ਹੈ ਉਹ ਰਿਲੇਟ ਕਰਦਾ ਹੈ। ਤਾਂ ਤੁਸੀਂ ਕੋਈ ਇੱਕ ਐਪਲੀਕੇਸ਼ਨ ਦੱਸ ਸਕਦੇ ਹੋ ਜਿਹੜੀ ਸੁਪਰ ਕੰਡਕਟਰ ਦੇ ਬੇਸਡ ਹੈ? सर थर्मोमीटर। थर्मोमीटर नहीं, आई थिंक थर्मोमीटर तो नहीं है। एक चीज मैं होर थोड़ी जी मतलब डिफाइन करना, देखो ये तो सुपर कंडक्टर ते जेडी ये मतलब प्रॉपर्टी है, जेड़ा फिनोमिना है, मतलब जेड़ा एक सुपर कंडक्टर की है शो करता है, दैट फिनोमिना इज नोन एज सुपर कंडक्टिविटी। ठीक है जी, द फिनोमिना ऑफ अ सुपर कंडक्टर इज नोन एज सुपर कंडक्टिविटी। हाँ दस सकते हो कोई भी स्टूडेंट, एनीवन? मैं स्टार्टिंग का वर्ड दस सकता है। हाँ जी बोलो। 3 वर्ड्स ਦੇ ਵਿੱਚ ਉਹਦਾ ਨਾਮ ਆਉਂਦਾ ਮੇਨ। लास्ट वाला वर्ड मैं दस देना है, आई है। MRI। वेरी गुड, MRI बिल्कुल सही है। मैग्नेटिक रेजोनेंस आई थिंक ये इंडक्शन ਹੁੰਦਾ है। MRI ਆਪਾਂ ਨੂੰ ਪਤਾ ਹੈ ਮੈਡੀਕਲ ਲਾਈਨ ਦੇ ਵਿੱਚ ਕੀ ਹੈ ਕਾਫੀ ਫੇਮਸ ਹੈ, ਮਤਲਬ ਆਪਣੀ ਬਾਡੀ ਨੂੰ ਪ੍ਰੋਪਰ ਵੇ ਦੇ ਵਿੱਚ ਕੀ ਹੈ मतलब ਐਗਜ਼ਾਮਾਈਨ ਕਰਨ ਦੇ ਲਈ। ਠੀਕ ਹੈ ਕਿ ਕੋਈ मतलब जो चीज ਅਸੀਂ ਐਕਸ-ਰੇ ਵਗੈਰਾ ਨਾਲ ਨਹੀਂ ਦੇਖ ਸਕਦੇ, मतलब ਅਸੀਂ ਪੂਰੇ ਬਾਡੀ ਦੇ ਪੂਰੇ ਪਾਰਟਸ ਨੂੰ ਅੰਦਰੋਂ ਦੇਖ ਸਕਦੇ ਆ ਵੀ ਕੋਈ ਡਿਫੈਕਟ ਤਾਂ ਨਹੀਂ ਹੈ, ਤਾਂ ਉਹਦੇ ਲਈ ਅਸੀਂ MRI ਕਰਦੇ ਹਾਂ, ਹਨਾ। ਤੁਸੀਂ ਦੇਖੀ ਹੋਗੀ ਮਸ਼ੀਨ ਹੁੰਦੀ ਹੈ, ਤਾਂ ਉਹਦੇ ਵਿੱਚ ਹੀਲੀਅਮ ਗੈਸ ਕੀ ਹੈ ਯੂਜ਼ ਹੁੰਦੀ ਹੈ। ਹੀਲੀਅਮ ਨੂੰ ਐਜ਼ ਅ ਸੁਪਰ ਕੰਡਕਟਰ ਬਣਾ ਕੇ ਅਸੀਂ ਯੂਜ਼ ਕਰਦੇ। ठीक है, ਤਾਂ MRI ਇਜ਼ ਐਨ ਐਗਜ਼ਾਮਪਲ ਆਫ ਸੁਪਰ ਕੰਡਕਟਰ। ਤਾਂ ਸੁਪਰ ਕੰਡਕਟਰ ਦੇ ਬੇਸਡ ਹੈ। ਅਦਰਵਾਈਜ਼ ਉਹਨੂੰ ਚਲਾਉਣ ਵਾਸਤੇ ਬਹੁਤ ਜ਼ਿਆਦਾ ਮਤਲਬ ਮੈਗਾਵਾਟਸ ਕੀ ਹੈ ਸਾਨੂੰ ਇਲੈਕਟ੍ਰਿਸਿਟੀ ਚਾਹੀਦੀ ਹੁੰਦੀ ਸੀ, बट ਅਸੀਂ ਸੁਪਰ ਕੰਡਕਟਰ ਦੀ ਹੈਲਪ ਦੇ ਨਾਲ ਹੁਣ ਕੁਝ ਕਿਲੋਵਾਟਸ ਦੇ ਵਿੱਚ ਕੀ ਹੈ ਉਸ ਮਸ਼ੀਨ ਨੂੰ ਅਸੀਂ ਚਲਾ ਲੈਂਦੇ ਤੇ ਮਸ਼ੀਨ ਬਹੁਤ ਛੋਟੀ ਬਣ ਗਈ, ਅਦਰਵਾਈਜ਼ ਤਾਂ ਮਸ਼ੀਨ ਬਹੁਤ ਵੱਡੀ ਬਣਨੀ ਸੀ। ਠੀਕ ਹੈ, ਅੱਛਾ ਇੱਕ ਟ੍ਰੇਨਸ ਤੁਸੀਂ ਦੇਖੀਆਂ ਹੋਣੀਆਂ ਆਪਣੇ ਇੰਡੀਆ 'ਚ ਤਾਂ ਨਹੀਂ ਹੈਗੀਆਂ, ਆਈ ਥਿੰਕ ਜਾਪਾਨ ਦੇ ਵਿੱਚ ਹੈਗੀਆਂ ਨੇ। ਜਿਹੜੀ ਟ੍ਰੇਨ ਦੀ ਮਤਲਬ ਲਾਈਨ ਹੈ ਨਾ, ਇਹ ਲਾਈਨ ਤੋਂ ਥੋੜੀ ਜਿਹੀ ਉਹ ਉੱਪਰ ਚੱਲਦੀਆਂ ਨੇ, ਉਹਨਾਂ ਨੂੰ ਮੈਗਲੀਵ ਟ੍ਰੇਨਸ ਬੋਲਦੇ ਆ। ਦੇਖਿਆ ਕਦੇ ਕਿਸੇ ਨੇ, ਸੁਣਿਆ ਇਹਦੇ ਬਾਰੇ ਮੈਗਲੀਵ ਟ੍ਰੇਨਸ ਬਾਰੇ? सुनिया सर। हाँ, ਉਹਨੂੰ ਵੀਡੀਓ ਵੀ ਦੇਖ ਕੇ ਦੇਖੋ ਤੁਸੀਂ ਇੰਟਰਨੈਟ ਤੇ। ਮਤਲਬ ਲਾਈਨਸ ਦੇ ਨਾਲ ਮਤਲਬ ਮੈਗਨੈਟਿਕ ਇਫੈਕਟ ਹੁੰਦਾ ਉਹਨਾਂ ਦੇ ਵਿੱਚ, ਲਾਈਨ ਦੇ ਨਾਲ ਟ੍ਰੇਨ ਦਾ ਜਿਹੜਾ ਕੀ ਹੈ ਮਤਲਬ ਆਪਾਂ ਕਹਿ ਸਕਦੇ ਆ ਵੀ ਜਿਹੜਾ ਟਾਇਰ ਹੈ ਉਹ ਟੱਚ ਨਹੀਂ ਕਰਦਾ, ਉਹ ਕੁਝ ਉੱਪਰ ਰਹਿੰਦਾ ਹੈ। ਤਾਂ ਉਹ ਵੀ ਬੇਸਡ ਹੈ ਕਿਹਦੇ ਤੇ, ਉਹ ਵੀ ਸੁਪਰ ਕੰਡਕਟਰਸ ਤੇ ਬੇਸਡ ਹੈ। ਠੀਕ ਹੈ ਜੀ, ਤਾਂ ਇਹ ਐਪਲੀਕੇਸ਼ਨਸ ਬਹੁਤ ਜ਼ਿਆਦਾ ਨੇ। ਠੀਕ ਹੈ, ਆਪਣੇ ਸਿਲੇਬਸ ਦੇ ਵਿੱਚ ਫਿਲਹਾਲ ਇਹਦੇ ਬਾਰੇ ਇੰਨੀ ਕੀ ਹੀ ਡਿਟੇਲ ਹੈ। ਠੀਕ ਹੈ, ਅਗਰ ਤੁਸੀਂ ਫਰਦਰ ਪੜ੍ਹਨਾ ਚਾਹੁੰਦੇ ਹੋ ਤਾਂ ਸੁਪਰ ਕੰਡਕਟਿਵ ਦਾ ਬਹੁਤ मतलब ਤੁਸੀਂ ਕਹਿ ਸਕਦੇ ਹੋ ਵਾਈਡ ਸਕੋਪ ਹੈ, ਲੇਟੈਸਟ ਸਕੋਪ ਹੈ। ਤਾਂ ਅਗਰ ਕੋਈ ਬੱਚਾ मतलब ਰਿਸਰਚ ਵਰਕ ਕਰਨਾ ਚਾਹੁੰਦਾ ਹੈ ਤਾਂ ਉਹ ਸੁਪਰ ਕੰਡਕਟਰਸ ਤੇ ਕਰ ਸਕਦਾ ਹੈ। ਕਾਫੀ ਇਹਦੇ ਵਿੱਚ ਤੁਸੀਂ ਕੀ ਨਵੀਂ ਚੀਜ਼ਾਂ ਸਿੱਖ ਸਕਦੇ। ਹਾਂਜੀ, ਸੁਪਰ ਕੰਡਕਟਿਵਿਟੀ ਹੋ ਗਿਆ ਜੀ, ਸੁਪਰ ਕੰਡਕਟੈਂਸ ਹੋ ਗਈ। ਟੈਂਪਰੇਚਰ +2 ਵਾਸਤੇ ਟੈਂਪਰੇਚਰ ਦੀ ਵੈਲਿਊ ਯਾਦ ਰੱਖਣੀ ਹੈ। ਹੁੰਦਾ ਕੀ ਹੈ ਇਹ ਤੇ ਅੱਜ ਰੱਖਣਾ ਹੈ, ਹਰੇਕ ਦੇ ਲਈ ਕ੍ਰਿਟੀਕਲ ਟੈਂਪਰੇਚਰ ਕਿੰਨਾ ਹੁੰਦਾ ਇਹ ਤੁਸੀਂ ਦੇਖਣਾ।
ओके जी, इस तो बाद ਅਸੀਂ देखो इंटरनल रेजिस्टेंस वास्ते बारे ऑलरेडी की गल कर चुके सी, मैं थोड़ा जिहा दोबारा फिर देखो दसूंगा क्योंकि हुण ਅਸੀਂ ਉਹਨੂੰ यूज करांगे। ਤਾਂ इंटरनल रेजिस्टेंस की सीगा, इंटरनल इंटरनल रेजिस्टेंस, स्मॉल आर के नाम से लिखते हैं। इंटरनल रेजिस्टेंस की है द रेजिस्टेंस ऑफर्ड बाय सेल और बैटरी। सेल दा बैटरी दा जो मतलब इलेक्ट्रोड्स होंदे ने, है ना, वो इलेक्ट्रोड्स दा अपना एक रेजिस्टेंस हुंदा है ते उन्हां नूं असीं की बोलते हैं इंटरनल रेजिस्टेंस। ते ਆਪਾਂ ਇਹਦੀ डिपेंडेंस भी पढ़ ली सी भी, इलेक्ट्रोड ਦੇ नेचर ਤੇ डिपेंड करता है, नेचर ऑफ इलेक्ट्रोलाइट ਤੇ ਇਹ डिपेंड करता है, इलेक्ट्रोड्स ਦੇ ਵਿਚਕਾਰ ਕਿੰਨੀ ਸੈਪਰੇਸ਼ਨ ਹੁੰਦੀ ਹੈ ਉਹਨਾਂ ਤੇ डिपेंड करता है। ਤੇ ਅਸੀਂ EMF ਦੀ ਇਕੁਏਸ਼ਨ ਲਿਖੀ ਸੀਗੀ, ਹਾਂ ਪੁੱਛ ਲੈਣੇ ਆਪਾਂ, ਕਿਹਨੂੰ ਪੁੱਛੀਏ, ਹਾਂਜੀ ਕਰਮੀ ਨੂੰ ਪੁੱਛਦੇ ਹਾਂ। ਹਾਂਜੀ ਕਰਮੀ ਜੀ ਤੁਸੀਂ ਦੱਸੋ, ਇੱਕ ਅਸੀਂ ਰਿਲੇਸ਼ਨ ਬਣਾਇਆ ਸੀਗਾ EMF ਦਾ ਇਨ ਟਰਮਸ ਆਫ ਪੋਟੈਂਸ਼ੀਅਲ ਡਿਫਰੈਂਸ, ਦੱਸੋ ਮੇਰੀ ਰਿਲੇਸ਼ਨ ਕੀ ਸੀ ਉਹ? ਹਾਂਜੀ ਕਰਮੀ सर पता नहीं सर, मैं क्लास में लाई। थोड़ा जिहा लाउडली बोलो जी, आवाज नहीं आ रही थोड़ी। सर पता नहीं। ले पता नहीं, ये मतलब सुत्ती पई है तो मैनूं लगदा कुड़ी। अच्छा हाँ जी हरलीन कौर सरां, EMF ਦਾ in terms of potential, मैं सुन के काफी इंपॉर्टेंट रिलेशन है, हुण सारा काम उसे चलूगा, वो रिलेशन की सी? हाँ जी हरलीन कौर सरां, जल्दी बोलो बच्चे, अपना सेशन कंप्लीट होने वाला ही है। हाँ जी प्रियंशु, E is equal to V plus IR। वेरी गुड बहुत अच्छे। ਆਪਾਂ ਰਿਲੇਸ਼ਨ ਪੜਿਆ ਸੀ E is equal to V plus IR। देखो मैं ਤੁਹਾਨੂੰ ਕਿੰਨੀ ਸਿੰਪਲ एग्जांपल ਲੈ ਕੇ ਸਮਝਾਇਆ ਸੀਗਾ, ਜਦੋਂ ਅਸੀਂ ਰੀਚਾਰਜ ਕੂਪਨ ਦੀ ਗੱਲ ਕੀਤੀ ਸੀ, ਤੇ ਜਿੰਨੇ ਅਸੀਂ ਪੈਸੇ ਪੇ ਕਰਦੇ ਆ ਸਾਨੂੰ ਬਹੁਤ ਘੱਟ ਵਰਤੋਂ ਨੂੰ ਮਿਲਦੇ ਆ, ਬਾਕੀ ਦਾ ਟੈਕਸ ਕੱਟਿਆ ਜਾਂਦਾ। ਤਾਂ ਇਹ ਰਿਲੇਸ਼ਨ ਕਾਫੀ ਇੰਪੋਰਟੈਂਟ ਹੈ। ਤਾਂ ਇਹ V ਕੀ ਹੁੰਦਾ ਹੈ, मतलब ਜਿਵੇਂ ਆ ਇੱਕ ਰੈਜ਼ਿਸਟੈਂਸ ਲੱਗਿਆ ਹੋਇਆ, ਐਕਸਟਰਨਲ ਰੈਜ਼ਿਸਟੈਂਸ कैपिटल R, ਤੇ ਇੱਕ ਬੈਟਰੀ ਹੈ, बैटरी ਦੇ ਇੰਟਰਨਲ ਰੈਜ਼ਿਸਟੈਂਸ ਨੂੰ ਅਸੀਂ ਇੱਧਰ ਸ਼ੋ ਕਰਦੇ ਹਾਂ, ਠੀਕ ਹੈ। ਹੁਣ ਇਹਦੇ ਨਾਲ ਸ਼ੋ ਕਰਨਾ, ਚਾਹੇ ਤੁਸੀਂ ਰਾਈਟ ਹੈਂਡ ਸਾਈਡ ਸ਼ੋ ਕਰ ਦੋ ਚਾਹੇ ਲੈਫਟ ਹੈਂਡ ਸਾਈਡ, ਉਹਦੇ ਨਾਲ ਕੋਈ ਫਰਕ ਨਹੀਂ ਪਏਗਾ। ਆ ਇਹਦੀ EMF ਕੀ, ਤਾਂ ਤੁਹਾਨੂੰ ਪਤਾ ਹੈ ਇਸ ਰੈਜ਼ਿਸਟੈਂਸ ਦੇ ਅਕ੍ਰੋਸ ਇੱਕ ਪੋਟੈਂਸ਼ੀਅਲ ਡਿਵੈਲਪ ਹੁੰਦਾ, ਦੈਟ ਇਜ਼ ਨੋਨ ਐਸ V। ਜਦੋਂ ਇਹਦੇ ਵਿੱਚ ਕਰੰਟ ਫਲੋ ਕਰੇਗਾ I, ਤਾਂ ਉਹਦੇ ਅਕੋਰਡਿੰਗ ਆਪਾਂ ਇਹ ਕੀ ਹੈ ਰਿਲੇਸ਼ਨ ਲਿਖਿਆ ਸੀਗਾ। ਤੈਨੂੰ ਮੈਂ ਜੇ ਥੋੜਾ ਜਿਹਾ ਇਥੋਂ R ਦੀ ਵੈਲਿਊ ਕੈਲਕੂਲੇਟ ਕਰਨੀ ਹੋਵੇ ਤਾਂ ਮੈਂ ਕੀ ਕਰੂੰਗਾ, ਦੇਖੋ E, देखो V की है, ये जो करंट कितना फ्लो कर रहा है, दैट इज I into R, IR plus I into small r, तो इन्हें जब कहते हैं जो E minus IR upon I equal to R। एक तो तुसी ये रिलेशन लिख सकते हो R, ठीक है जी। एक तुसी इथों बढ़ा सकते हो रिलेशन होर, इन लिख लो E, इनले जो लेफ्ट हैंड साइड E minus V इक्वल टू की हो गया IR, इनको I ਨਾਲ डिवाइड कर दो तो E minus V upon I is equal to R। एक तो CR रिलेशन लिख सकते हो। एक आगे रिलेशन है, अगर ਅਸੀਂ इंटरनल रेजिस्टेंस फाइंड करना है ਤਾਂ ਉਹਦਾ ਇਹ रिलेशन है। ਤਾਂ इंटरनल रेजिस्टेंस की है, बहुत ਘੱਟ ਵੈਸੇ ਪੇਪਰ ਚ ਪੁੱਛਿਆ ਜਾਂਦਾ ਹੈ, ਇਹਦੀ ਮਤਲਬ ਐਪਲੀਕੇਸ਼ਨ ਆਊਗੀ ਫੰਕਸ਼ਨ, ਮਤਲਬ ਜਦੋਂ ਇਹਦੇ ਨਿਊਮੈਰੀਕਲਸ ਯੂਜ਼ ਕਰਾਂਗੇ ਉੱਥੇ ਕੀ ਹੈ ਇਹਨੂੰ ਮਤਲਬ ਸਾਡੇ ਕੋਲ ਕਾਫੀ ਜਿਹੜੀਆਂ ਐਗਜ਼ਾਮਪਲਸ ਹੋਣਗੀਆਂ, ਬਟ ਇੰਟਰਨਲ ਰੈਜ਼ਿਸਟੈਂਸ ਹੁੰਦਾ ਕੀ ਹੈ ਇਹਦੇ ਬਾਰੇ ਕੁਝ ਪੁੱਛਿਆ ਜਾਵੇ ਬਹੁਤ ਘੱਟ ਚਾਂਸਸ ਨੇ, ਬਟ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਇਸ ਤੇ ਕੁਐਸਚਨ ਬਣ ਸਕਦਾ ਹੈ। ਤਾਂ ਨੇਚਰ ਆਫ ਇਲੈਕਟ੍ਰੋਡ, ਨੇਚਰ ਆਫ ਇਲੈਕਟ੍ਰੋਲਾਈਟ ਐਂਡ ਦ ਸੈਪਰੇਸ਼ਨ ਬਿਟਵੀਨ ਦਾ ਟੂ ਇਲੈਕਟ੍ਰੋਡਸ। ਜਿੰਨਾ ਵਧੀਆ ਇਲੈਕਟ੍ਰੋਲਾਈਟ ਹੋਏਗਾ, मतलब जिन्ने ज्यादा आयंस बनगे उन्ना रेजिस्टेंस घट होएगा, जिन्ना इलेक्ट्रोड्स वधिया होणगीਆਂ मतलब जिन्ने ਉਹਦੇ ਵਿੱਚ आयंस ईजिली फ्लो कर सकते हैं उन्ना ਉਹਦਾ रेजिस्टेंस घट होएगा,
ਤੇ ਜਿੰਨੀ ਸੈਪਰੇਸ਼ਨ ਘੱਟ ਹੋਏਗੀ ਇਲੈਕਟ੍ਰੋਡਸ ਉਹਨਾਂ ਉਹਦਾ ਰੈਜ਼ਿਸਟੈਂਸ ਘੱਟ ਹੋਏਗਾ। ਠੀਕ ਹੈ ਜੀ, ਆ ਇਹ ਕੁਝ ਫਾਰਮੂਲੇ ਨੇ ਜਿਹੜੇ ਅਸੀਂ ਕੀ ਹੈ ਮਤਲਬ ਡਿਰਾਈਵ ਕਰ ਸਕਦੇ ਹਾਂ। ਹਾਂਜੀ, ਤਾਂ ਆਪਣਾ ਸੈਸ਼ਨ ਕੀ ਹੈ ਮਤਲਬ ਐਕਸਪਾਇਰ ਹੋਣ ਵਾਲਾ ਹੀ ਹੈ। ਠੀਕ ਹੈ, ਤੁਸੀਂ ਇਹਨੂੰ ਦੁਬਾਰਾ ਰੀਕ੍ਰੀਏਟ ਕਰ ਦਿਓ। ਮੈਂ ਤੁਹਾਨੂੰ ਦੁਬਾਰਾ ਲਿੰਕ ਭੇਜੂਗਾ ਕਿਉਂਕਿ ਜਿਹੜਾ ਹੁਣ ਟੌਪਿਕ ਸਮਝਣਾ ਨਾ ਉਹ ਕਾਫੀ ਇੰਪੋਰਟੈਂਟ ਹੈ ਨੂਮੈਰੀਕਲਸ ਲਈ। ਕਿਰਚੌਫਸ ਲਾਅ ਦੇਖੋ, ਕਿਰਚ ਮਤਲਬ ਕੀ ਹੁੰਦਾ ਚਾਕੂ। ਉਹ ਇੱਕ ਸਪੈਸ਼ਲ ਲਾਅ ਹੈ ਕਿਸੇ ਵੀ ਸਰਕਟ ਨੂੰ, ਕੰਪਲੀਕੇਟਡ ਸਰਕਟਸ ਨੂੰ ਸੋਲਵ ਕਰਨ ਦੇ ਲਈ। ਠੀਕ ਹੈ, ਤਾਂ ਉਹ ਮੈਂ ਸਮਝਾਉਂਗਾ। ਤਾਂ ਮੈਂ ਤੁਹਾਨੂੰ ਦੁਬਾਰਾ ਲਿੰਕ ਸੈਂਡ ਕਰੂੰਗਾ, ਉਹਨੂੰ ਕੀ ਹੈ ਜੁਆਇਨ ਕਰੋ, ਫਿਰ ਆਪਾਂ ਅੱਗੇ ਨੈਕਸਟ ਕਲਾਸ ਸਟਾਰਟ ਕਰਾਂਗੇ। ਸਰ ਰਿਕਾਰਡਿੰਗ ਕਰ ਲਿਓ। ਹਾਂਜੀ, ਰਿਕਾਰਡਿੰਗ ਮੈਂ ਕਰ ਲਿਓ। ਪਤਾ ਕੀ ਹੈ ਕਈ ਵਾਰ ਰਿਕਾਰਡਿੰਗ ਭੁੱਲ ਜਾਣਾ, ਮਤਲਬ ਮੇਰੇ ਵੀ ਬਾਅਦ ਦੇ ਵਿੱਚ ਯਾਦ ਆਇਆ ਸੀ ਰਿਕਾਰਡਿੰਗ ਮੈਂ ਕਰ